हंग महाराज शेर सिंह विष्णु भगवान दी जय। सो हंग महाराज शेर सिंह विष्णु भगवान दी जय। सो हंग महाराज शेर सिंह विष्णु भगवान दी जय। सत्कारयोग सर्व हर संगत जी, बहुत ही कृपा है सतगुरु ਦੀ ਆਪਾਂ ਸਾਰਿਆਂ 'ਤੇ ਕਿ ਸੰਸਾਰ ਆਪਣੇ ਕੰਮਾਂ ਕਾਜਾਂ ਵਿੱਚ ਰੁੱਝਿਆ ਹੋਇਆ ਹੈ। ਆਪ ਜੀ 'ਤੇ ਸਾਰੀ ਸੰਗਤ 'ਤੇ ਆਪਣੇ 'ਤੇ ਕਿਰਪਾ ਕੀਤੀ ਹਜ਼ੂਰ ਨੇ ਕਿ ਆਪਣੇ ਚਰਨਾਂ ਦਾ ਜਸ ਕਰਨ ਵਾਸਤੇ ਸਾਨੂੰ ਸਮਝਾਉਣ ਦੀ ਖਾਤਰ ਸਾਹਿਬਾਂ ਨੇ ਅਲੱਗ-ਅਲੱਗ ਢੰਗ ਦੇ ਨਾਲ ਬਖਸ਼ਾਂ ਰਹਿਮਤਾਂ ਕੀਤੀਆਂ ਨੇ। ਰਾਵੀ ਨਦੀ ਹੈ, ਨਾ ਉਹ ਬੋਲ ਸਕਦੀ ਹੈ, ਨਾ ਉਹ ਗੱਲ ਕਰ ਸਕਦੀ ਹੈ, ਨਾ ਕੋਈ ਹੋਰ ਕਰ ਸਕਦੀ ਹੈ। ਰਾਵੀ ਨਦੀ ਨੂੰ ਗੁਰੂ ਅਰਜਨ ਪਾਤਸ਼ਾਹ ਇੱਕ ਚਿੱਠੀ, ਜਿਹੜੀ ਆਪਣੀ ਚਿੱਠੀਆਂ ਪੁਰਾਣੀਆਂ ਆਉਂਦੀਆਂ ਸੀ, ਚਿੱਠੀ ਇੱਕ ਪਾਤੀ ਲਿਖਿਆ ਹੈ, ਉਹ ਪਾਤੀ ਲਿਖ ਕੇ ਦੇ ਗਿਆ ਰਾਵੀ ਨੂੰ। ਕੌਣ? ਅਰਜਨ ਪਾਤਸ਼ਾਹ। ਹੁਣ ਰਾਵੀ ਪੁੱਛਦੀ ਆ ਵੀ ਅਰਜਨ ਪਾਤਸ਼ਾਹ ਇਹ ਚਿੱਠੀ 'ਚ ਕੀ ਕੀ ਲਿਖਿਆ ਹੈ, ਮੈਨੂੰ ਜ਼ਰਾ ਦੱਸ ਦਿਓ, ਕਿਰਪਾ ਕਰੋ। ਕਿਸ ਤਰ੍ਹਾਂ ਪੁੱਛਦੀ ਆ? ਹਾੜੇ ਕੱਢ ਕੇ ਪੁੱਛਦੀ ਆ ਅਤੇ ਬੜੇ ਨਿਮਾਣੀ ਹੋ ਕੇ ਪੁੱਛਦੀ ਆ। ਰਾਵੀ ਕਹੇ ਗੁਰ ਅਰਜਨ ਦੇ ਕੇ ਗਿਆ ਪਾਤੀ, ਇੱਕ ਚਿੱਠੀ ਦੇ ਗਏ ਅਰਜਨ ਪਾਤਸ਼ਾਹ। ਕਿਹੜੀ ਸੀ ਉਹ ਚਿੱਠੀ? ਬਿਨ ਅੱਖਰਾਂ ਅਗੰਮ ਲਿਖਾਈ ਆ, ਉਹ ਹੈ ਵੀ ਬਿਨਾਂ ਅੱਖਰਾਂ ਤੋਂ ਸੀ। ਹੁਣ ਕਈ ਗੁਰਸਿੱਖ ਜਿਨ੍ਹਾਂ ਦਾ ਗਿਆਨ ਗਹਿਰਾ ਨਹੀਂ ਹੈ, ਉਹਦੀ ਕਿਰਪਾ ਨਹੀਂ ਹੈ, ਉਹ ਕਹਿਣਗੇ ਬਿਨਾਂ ਅੱਖਰਾਂ ਤੋਂ ਕਿਹੜੀ ਚਿੱਠੀ ਹੋ ਗਈ? ਅਗੰਮੀ ਚਿੱਠੀ ਸੀ ਉਹ। ਜਿਸ ਵੇਲੇ ਪ੍ਰਗਟ ਹੋਵੇ ਕਮਲਾ ਪਾਤੀ, ਉਹ ਚਿੱਠੀ ਲਿਖਿਆ, ਜਿਸ ਵੇਲੇ ਪ੍ਰਗਟ ਹੋਵੇ ਕਮਲਾ ਪਾਤੀ ਪਤ ਪਰਮੇਸ਼ਰ ਵੇ ਪ੍ਰਵਾਹੀ ਆ। ਜਨ ਭਗਤ ਬਣਾਏ ਸਾਥੀ ਸਗਲਾ ਸੰਗ ਪੁਜਾਈ ਆ। ਗੋਰੇ ਅਵਤਾਰ ਪੈਗੰਬਰਾਂ ਕਰੇ ਆਖੀ ਆਖਰ ਭੇਵ ਚੁਕਾਈ ਆ। ਲੈਣਾ ਦੇਣਾ ਵੇਖੇ ਤਰਲੋਕੀ ਨਾਥੀ ਕਾਨਾ ਇੱਕ ਵਡਿਆਈ ਆ। ਜੋ ਸੀਤਾ ਰਾਮ ਦੱਸੀ ਬਾਤੀ ਬਾਤਨ ਪਰਦਾ ਦਏ ਖੁਲਾਈ ਆ। ਜਿਸ ਪੈਗੰਬਰਾਂ ਦਿੱਤੀ ਹਯਾਤੀ ਜੀਵਨ ਜੁਗਤ ਸਮਝਾਈ ਆ। ਉਹ ਖੇਲ ਕਰੇ ਪੁਰਖ ਵਿਨਾਸੀ ਹਰ ਕਰਤਾ ਤੁਰ ਦਰਗਾਹੀ ਆ। ਜਿਸ ਦੀ ਕਥਾ ਕਹਾਣੀ ਸ਼ਬਦ ਬੋਧ ਸਮਝਾਈ ਆ। ਜਿਸ ਦੀ ਕਥਾ ਕਹਾਣੀ ਸ਼ਬਦ ਬੋਧ ਸਮਝਾਈ ਆ। ਬੁੱਧੀ ਵਿੱਚ ਕਿਸੇ ਨਾ ਬਾਚੀ, ਉਹ ਬੁੱਧੀ ਵਾਲੀ ਨਹੀਂ ਸੀ, ਆਪਾਂ ਜਿਹੜੇ ਆਪਦੇ ਦਿਮਾਗ ਨਾਲ ਪੜ੍ਹ ਲੈਂਦੇ ਉਹ ਨਹੀਂ ਸੀ। ਨੇਤਰ ਨੈਣ ਨਾ ਕੋਈ ਵਿਖਾਈ ਆ। ਉਹ ਲੈਣਾ ਦੇਣਾ ਵੇਖੇ ਚਾਰ ਯੁੱਗ ਦਾ ਬਾਕੀ। ਸਤਯੁਗ ਤ੍ਰੇਤਾ ਦੁਆਪਰ ਕਲਯੁਗ ਵੇਖ ਵਿਖਾਈ ਆ। ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਮਿਹਰ ਨਜ਼ਰ ਇੱਕ ਉਠਾਈ ਆ। ਰਾਵੀ ਕਹੇ ਚਿੱਠੀ ਦਾ ਅਗੰਮ ਮਜ਼ਮੂਨ ਮੈਂ ਸਮਝ ਸਕੀ ਨਾ ਰਾਈ ਆ। ਵੀ ਜਿਹੜਾ ਉਹਦੇ ਵਿੱਚ ਲਿਖਿਆ ਹੋਇਆ ਉਸ ਚੀਜ਼ ਨੂੰ ਮੈਂ ਚੰਗੀ ਤਰ੍ਹਾਂ ਵਾਚ ਨਹੀਂ ਸਕੀ, ਸਮਝ ਨਹੀਂ ਸਕੀ ਵੀ ਕੀ ਕਾਰਨ ਹੈ, ਕੀ ਵਜ੍ਹਾ। ਨਿਮਰਤਾ ਵਿੱਚ ਹੋ ਮਮਨੂਨ ਨਵਾਸੇ ਕਹਿ ਕੇ ਸੀ ਸੁਣਵਾਈ ਆ। ਕੀ ਇਸ ਦੇ ਵਿੱਚ ਕਾਨੂੰਨ ਧਾਰਾ ਕਵਣ ਵਡਿਆਈ ਆ। ਕਿਹੜੀ ਧਾਰਾ, ਕਿਹੜੀ ਗੱਲ, ਕਿਹੜੀ ਬਾਤ ਲਿਖੀ ਆ, ਕੋਈ ਮੈਨੂੰ ਸਮਝ ਨਹੀਂ ਲੱਗ ਰਹੀ। ਅਰਜਨ ਕਿਹਾ ਉਸੇ ਨੂੰ ਮਾਲੂਮ। ਅਰਜਨ ਪਾਤਸ਼ਾਹ ਕੀ ਕਹਿੰਦੇ? ਅਰਜਨ ਕਿਹਾ ਉਸੇ ਨੂੰ ਮਾਲੂਮ ਜੋ ਹੁਕਮ ਸੰਦੇਸ਼ੇ ਰਿਹਾ ਦ੍ਰਿੜਾਈ ਆ। ਮੈਂ ਵੀ ਬਾਲ ਨਿਆਣਾ ਮਾਸੂਮ, ਮੈਂ ਵੀ ਰਾਵੀ ਇੱਕ ਨੰਨਾ ਜਿਹਾ ਬੱਚਾ ਹਾਂ ਉਹਦਾ, ਅਕਾਲ ਪੁਰਖ ਦਾ, ਅਤੇ ਮੈਨੂੰ ਜ਼ਿਆਦਾ ਸਮਝ ਨਹੀਂ। ਨੰਨਾ ਨਜ਼ਰੀ ਆਈ ਆ ਜਿਹੜਾ ਸਰੀਰ ਤੋਂ ਮਹਿਰੂਮ ਜੋਤੀ ਜੋਤ ਵਿੱਚ ਸਮਾਈ ਆ। ਉਹ ਦੱਸੇ ਆਪਣਾ ਆਪੇ ਸੱਚ ਅਸਲ ਅਸੂਲ ਅਸਲੀਅਤ ਇੱਕ ਜਣਾਈ ਆ। ਉਹ ਦੱਸੇ ਆਪਣਾ ਆਪੇ ਸੱਚ ਅਸੂਲ ਅਸਲੀਅਤ ਇੱਕ ਜਣਾਈ ਆ। ਜਿਸ ਦਾ ਹੁਕਮ ਵਰਤੇ ਮਾਕੂਲ ਨਾ ਕੋਈ ਮੇਟੇ ਮੇਟ ਮਟਾਈ ਆ। ਰਾਵੀ ਤੈਨੂੰ ਦੇਵੇ ਚਰਨਾਂ ਦੀ ਧੂੜ। ਉਹ ਅਰਜਨ ਪਾਤਸ਼ਾਹ ਕਹਿੰਦੇ ਵੀ ਉਹ ਸਾਹਿਬ ਤੇਰੇ ਕੋਲ ਆਊਗਾ ਅਤੇ ਤੈਨੂੰ ਚਰਨਾਂ ਦੀ ਧੂੜ ਦੇਊਗਾ। ਧੂੜੀ ਭਗਤਾਂ ਖਾ ਕਰਮਾਈ ਆ। ਆਵੇ ਦਰ ਜ਼ਰੂਰ, ਇਹ ਰਾਵੀ ਤੇਰੇ ਕੋਲ ਜ਼ਰੂਰ ਆਊਗਾ ਹਰ ਹਾਲਤ ਵਿੱਚ। ਆਵੇ ਦਰ ਜ਼ਰੂਰ ਆਵੇ ਹਜ਼ੂਰ ਨੂਰ ਇਲਾਹੀ ਆ। ਕਿਹੜਾ ਕੌਣ ਆਊਗਾ? ਆਵੇ ਹਜ਼ੂਰ ਨੂਰ ਇਲਾਹੀ ਆ। ਦੀਨ ਦੁਨੀਆ ਦਾ ਵੇਖੇ ਕਸੂਰ ਲੱਖ 84 ਫੋਲ ਫਲਾਈ ਆ। ਅਸੀਂ ਵਰਦੇ ਉਹਦੇ ਮਜ਼ਦੂਰ ਤੱਤਾਂ ਵਾਲੀ ਸੇਵ ਕਮਾਈ ਆ। ਅਸੀਂ ਤਾਂ ਤਨ ਵਜੂਦ ਸਰੀਰ ਵਾਲੇ ਗੁਰੂ ਹਾਂ। ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਸੱਚ ਸੰਦੇਸ਼ਾ ਇੱਕ ਸੁਣਾਈ ਆ।
ਰਾਵੀ ਕਹੇ ਦਸ ਸਤਿਗੁਰੂ ਕੀ ਲੇਖਾ ਲਿਖਿਆ। ਫਿਰ ਰਾਵੀ ਮਿੰਤ ਕਰਦੀ ਆ, ਐ ਅਰਜਨ ਪਾਤਸ਼ਾਹ ਮੈਨੂੰ ਦੱਸ ਵੀ ਕੀ ਲੇਖਾ ਲਿਖਿਆ। ਬਿਨ ਕਰਮ ਸ਼ਾਹੀ ਆ, ਮੈਨੂੰ ਨੇਤਰ ਨਾਲ ਨਾ ਦਿਸਿਆ, ਰੋਕੇ ਦਿਆਂ ਦੁਹਾਈ ਆ। ਮੈਨੂੰ ਨੇਤਰਾਂ ਦੇ ਨਾਲ ਨਜ਼ਰ ਨਹੀਂ ਆਇਆ, ਮੈਂ ਤੁਹਾਡੇ ਸਾਹਮਣੇ ਰੋ ਕੇ ਦੁਹਾਈ ਦਿੰਦੀ ਹਾਂ, ਕਿਰਪਾ ਕਰੋ। ਮੈਨੂੰ ਨੇਤਰ ਨਾਲ ਨਾ ਦਿਸਿਆ, ਰੋਕੇ ਦਿਆਂ ਦੁਹਾਈ ਆ। ਮੇਰਾ ਅੰਤਰ ਅੰਤਰ ਪਿੱਟਿਆ, ਮੈਂ ਬਹੁਤ ਦੁਖੀ ਹੋ ਗਈ, ਬੌੜੀ ਬੌੜੀ ਕਰ ਜਣਾਈ ਆ। ਕੀ ਇਸ ਵਿੱਚ ਲੇਖਾ ਪਾਇਆ ਨਾਲ ਹਿੱਸਿਆਂ, ਕਵਣ ਵੰਡ ਵੰਡਾਈ ਆ। ਕਿਸ ਤਰ੍ਹਾਂ ਇਹਦੇ ਹਿੱਸੇ ਬਣਾ ਕੇ ਲਿਖਿਆ, ਕੀ ਲਿਖਿਆ, ਮੈਨੂੰ ਕਿਰਪਾ ਕਰਕੇ ਅਰਜਨ ਪਾਤਸ਼ਾਹ ਦੱਸੋ। ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਦਇ ਜਨਾਈ ਆ। ਅਰਜਨ ਕਹੇ ਇਹਦਾ ਅੱਖਰਾਂ ਤੋਂ ਬਾਹਰ, ਅਰਜਨ ਕਹੇ ਇਹਦਾ ਅੱਖਰਾਂ ਤੋਂ ਬਾਹਰ, ਵਿਦਿਆ ਵੰਡ ਨਾ ਕੋਈ ਵੰਡਾਈ ਆ। ਇਹ ਗੱਲ ਅੱਖਰਾਂ ਤੋਂ ਬਾਹਰ ਆ, ਇਹਦੇ ਵਿਦਿਆ ਵਾਲੀ ਕੋਈ ਗੱਲ ਨਹੀਂ ਆ। ਰਾਵੀ ਤੇਰੇ ਕੰਢੇ ਆ ਕੇ ਆਪੇ ਕਰੇ ਜ਼ਾਹਰ। ਇਹ ਸਾਰੀ ਗੱਲਬਾਤ ਉਸ ਸ਼ਹਿਨਸ਼ਾਹ ਆਊਗਾ, ਸਾਰਾ ਤੈਨੂੰ ਭੇਦ ਖੋਲ੍ਹ ਜੂਗਾ। ਤੇਰੇ ਪੜ੍ਹਨ ਦੀ ਲੋੜ ਰਹੇ ਨਾ ਰਾਈਆ, ਤੈਨੂੰ ਚਿੱਠੀ ਇਹ ਪੜ੍ਹਨ ਦੀ ਲੋੜ ਨਹੀਂ। ਜਿਸ ਵੇਲੇ ਦੁਨੀਆ ਸਾਰੀ ਹੋਈ ਕਾਇਰ, ਹੁਣ ਧਿਆਨ ਨਾਲ ਸੁਣ ਲਓ ਇਹ ਕੀ ਕਹਿੰਦੇ ਅਰਜਨ ਪਾਤਸ਼ਾਹ। ਜਿਸ ਵੇਲੇ ਦੁਨੀਆ ਸਾਰੀ ਹੋਈ ਕਾਇਰ, ਕਰਮ ਕਾਂਡ ਵਿੱਚ ਕੁਰਲਾਈ ਆ। ਸੱਚ ਦੁਆਰਿਓਂ ਹੋਈ ਗੈਰ, ਕੌਣ ਸੰਸਾਰ ਦੁਨੀਆ। ਗੈਰ ਗੰਭੀਰ ਨਾ ਕੋਈ ਮਿਲਾਈ ਆ। ਜਗ ਸਾਗਰ ਸਕੇ ਕੋਈ ਨਾ ਤੈਰ। ਤੀਰਥ ਤਟ ਗੰਗਾ ਗੋਦਾਵਰੀ ਜਮਨਾ ਸੁਰਸਤੀ ਰੋਵੇ ਮਾਰੇ ਧਾਈਆਂ। ਉਸ ਵੇਲੇ ਕਰੇ ਆਪ, ਉਸ ਵੇਲੇ ਕਰੇ ਪ੍ਰਭ ਆਪਣੀ ਮਿਹਰ ਨਜ਼ਰ ਇੱਕ ਉਠਾਈ। ਉਸ ਵੇਲੇ ਉਹ ਆਊਗਾ, ਉਹ ਆਪ ਕਿਰਪਾ ਕਰੂਗਾ, ਜਾਂ ਦੁਨੀਆ ਸਾਰੀ ਆਪਣੇ ਦਿਲ ਦਿਮਾਗ ਨਹੀਂ ਰੱਖੂਗੀ ਕੁਛ। ਜਿਹੜਾ ਸ਼ਾਹ ਸੁਲਤਾਨ ਵੱਡਾ ਕਹਿਰ ਦਾ ਭਾਵ ਹੁੰਦਾ ਬੱਬਰ ਸ਼ੇਰ। ਕਹਿਰ, ਜਿਹੜਾ ਸ਼ਾਹ ਸੁਲਤਾਨ ਵੱਡਾ ਕਹਿਰ, ਸਾਰੇ ਸੰਸਾਰ ਨੂੰ ਉਹ ਵੱਡਾ ਸ਼ੇਰ ਆ। ਭਵਕ ਸਬਕ ਨਾਲ ਪ੍ਰਗਟਾਈ ਆ। ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇੱਕ ਉਠਾਈ ਆ। ਰਾਵੀ ਕਹੇ ਮੇਰਾ ਸਿਰ ਗਿਆ ਦੁੱਖ। ਆਪਾਂ ਗੱਲਾਂ ਕਰਦੇ ਨਾ, ਅਤੇ ਰਾਵੀ ਕਹਿੰਦੇ ਮੇਰਾ ਸਿਰ ਦਰਦ ਕਰਨ ਲੱਗ ਗਿਆ। ਰਾਵੀ ਕਹੇ ਮੇਰਾ ਸਿਰ ਗਿਆ ਦੁੱਖ, ਨਿਮਰਤਾ ਵਿੱਚ ਦੁਹਾਈ ਆ। ਮੈਂ ਫਿਰ ਤੁਹਾਡੇ ਚਰਨਾਂ 'ਚ ਨਿਮਾਣੀ ਹੋ ਕੇ ਪੁੱਛਦੀ ਹਾਂ। ਅਰਜਨ ਇੱਕ ਦੱਸ ਦੇ ਤੁਕ। ਅਰਜਨ ਪਾਤਸ਼ਾਹ ਇੱਕ ਤੁਕ ਤਾਂ ਦੱਸ ਦਿਓ ਚਿੱਠੀ ਦੀ, ਬਹੁਤਾ ਨਾ ਸਮਝਾਈ ਆ, ਬਾਹਲੇ ਨਾ ਸਮਝਾਇਓ। ਗੁਰ ਅਰਜਨ ਕਿਹਾ ਹੁਣ ਨਾ ਮੈਥੋਂ ਪੁੱਛਣ ਦੀ ਲੋੜ ਰਹੇ ਨਾ ਰਾਈ ਆ। ਜਿਸ ਵੇਲੇ ਸਾਹਿਬ ਸੁਆਮੀ ਗਿਆ ਪੁੱਜ, ਨਿਰਗੁਣ ਆਪਣਾ ਪੰਧ ਮੁਕਾਈਆ। ਸਭ ਕੁਛ ਜਾਏ ਸੁੱਝ। ਉਹ ਜਦੋਂ ਸ਼ਹਿਨਸ਼ਾਹ ਦਾ ਸ਼ਹਿਨਸ਼ਾਹ ਤੇਰੇ ਇੱਥੇ ਆ ਕੇ ਚਰਨ ਪਾਊਗਾ, ਅਤੇ ਉਸ ਵੇਲੇ ਤੈਨੂੰ ਸਾਰਾ ਕੁਝ ਪਤਾ ਲੱਗ ਜੂਗਾ। ਮਿਹਰਬਾਨ 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 ਮਿਹਰ ਨਜ਼ਰ ਉਠਾਈ ਆ। ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ, ਸਦ ਆਪਣਾ ਪਰਦਾ ਲਾਹੀ ਆ। ਰਾਵੀ ਕਹੇ ਉਹ ਕਿਹੜਾ ਹੋਣਾ ਸੱਚ ਦੇ ਸਮਝਾਈ ਆ। ਤੇਰੇ ਚਰਨ ਕਵਲ ਨਮਸਕਾਰ ਨਿਉ ਲਾਗਾਂ ਪਾਈ ਆ। ਫਿਰ ਨਮਸਕਾਰ ਕਰਦੀ ਹੈ ਚਰਨ 'ਤੇ ਅਰਜਨ ਪਾਤਸ਼ਾਹ। ਗੁਰ ਅਰਜਨ ਕਿਹਾ 16, ਉਹਨਾਂ ਪੁੱਛਣ ਵੀ ਉਹ ਕਿਹੜਾ ਸਮਾਂ ਹੋ, ਕਿਸ ਤਰ੍ਹਾਂ ਹੋ। ਗੁਰ ਅਰਜਨ ਕਿਹਾ 16 ਫੱਗਣ ਸੰਜਣੀ ਹੋਵੇ ਬਹਾਰ, ਸੰਮਤ ਸ਼ਹਿਨਸ਼ਾਹੀ 4 ਨਾਲ ਵਡਿਆਈ ਆ। ਸ਼ਹਿਨਸ਼ਾਹੀ ਸੰਮਤ 4 ਹੋਊਗਾ ਰਾਵੀ, 16 ਫੱਗਣ ਦਾ ਦਿਨ ਹੋਊਗਾ। ਅੱਗੇ ਸਮਾਂ ਵੀ ਦੱਸਿਆ। ਤੇਰਾ ਲੇਖਾ 10 ਅਗੰਮ ਪਾਰ, ਅਲੱਖ ਗੋਚਰ ਪਰਦਾ ਲਾਹੀ ਆ। ਚਿੱਠੀ ਦਾ ਮਜ਼ਮੂਨ ਸਾਹਿਬ ਦੇ ਸਿਖਾਲ, ਔਖਾ ਰਾਹ ਨਾ ਕੋਈ ਜਨਾਈ ਆ। ਉਹ ਆ ਕੇ ਤੈਨੂੰ ਹਰ ਚੀਜ਼ ਸਮਝਾ ਦੂਗਾ, ਕੋਈ ਔਖੀ ਗੱਲ ਨਹੀਂ ਹੋਊ। ਜਦੋਂ ਸਾਹਿਬ ਆਊਗਾ ਉਹ ਆਪ ਦੱਸੂਗਾ। ਜਿਸ ਨੂੰ ਝੁਕਦੇ ਸ਼ਾਹ ਕੰਗਾਲ, ਕੌਣ ਹੋਊਗਾ ਉਹ? ਜਿਸ ਨੂੰ ਝੁਕਦੇ ਸ਼ਾਹ ਕੰਗਾਲ, ਉਹ ਸਹਿਜ ਹੋਵੇ ਸੁਖਦਾਈ ਆ। ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ, ਸਦ ਮੇਲਾ ਲੈ ਮਿਲਾਈ ਆ। ਰਾਵੀ ਕਹੇ, ਹੁਣ ਫਿਰ ਪੁੱਛਦੀ ਆ ਵੀ ਉਹ ਕੌਣ ਹੋਊਗਾ। ਰਾਵੀ ਕਹੇ ਕਿ ਗੋਬਿੰਦ ਸ਼ਬਦ ਗੁਰੂ ਕੇ ਅਰਜਨ ਧਾਰ। ਉਹ ਗੋਬਿੰਦ ਸ਼ਬਦ ਗੁਰੂ ਹੋਊਗਾ ਕਿ ਅਰਜਨ ਧਾਰ ਤੁਹਾਡੀ। ਕੀ ਰਾਮ ਕ੍ਰਿਸ਼ਨ ਈਸਾ ਮੂਸਾ ਮੁਹੰਮਦ ਵਡਿਆਈ ਆ। ਖੇਲ ਦੱਸ ਕਰ ਪਿਆਰ, ਅਪਰੰਪਰ ਦੇਣਾ ਜਣਾਈ ਆ। ਮੈਨੂੰ ਬਹਿੰਦੀ ਨੂੰ ਦੱਸਦੀ ਹੈ ਰਾਵੀ ਕਿ ਮੈਨੂੰ ਜੁਗਾਂ ਪ੍ਰਮਾਣ ਹੋ ਗਿਆ ਬਹਿੰਦੀ ਨੂੰ, ਪਰ ਮੇਰੇ 'ਤੇ ਅੱਜ ਤੱਕ ਕਿਸੇ ਨੇ ਕਿਰਪਾ ਨਹੀਂ ਕੀਤੀ। ਮੈਨੂੰ ਬਹਿੰਦੀ ਨੂੰ ਬੀਤ ਗਏ ਯੁੱਗ ਕੋਟਨ ਕਈ ਹਜ਼ਾਰ, ਮੇਰੀ ਆਸ਼ਾ ਪੂਰਨ ਕੋਈ ਕਰਾਈ ਆ। ਕਈ ਯੁੱਗ ਹੋ ਗਏ ਮੈਨੂੰ ਬਹਿੰਦੀ ਨੂੰ, ਪਰ ਅੱਜ ਤੱਕ ਮੇਰੀ ਆਸ਼ਾ ਕਿਸੇ ਨੇ ਪੂਰੀ ਨਹੀਂ ਕੀਤੀ। ਮੈਨੂੰ ਆ ਕੇ ਕਿਸੇ ਨੇ ਮੇਰੇ ਸਿਰ 'ਤੇ ਹੱਥ ਨਹੀਂ ਧਰਿਆ। ਆ ਚਲੇ ਗਏ ਮਾਤ ਤਤ ਅਵਤਾਰ, ਤੱਤਾਂ ਵਾਲੇ ਗੁਰੂ ਆ ਕੇ ਚਲੇ ਗਏ ਨੇ। ਪੈਗੰਬਰ ਗੁਰੂ ਫੇਰੀਆਂ ਪਾਈ ਆ। ਪੈਗੰਬਰ ਵੀ ਆਏ ਨੇ, ਗੁਰੂ ਵੀ ਆਏ ਨੇ, ਮੇਰੇ ਤਟ ਕਿਨਾਰ 'ਤੇ ਆ ਕੇ ਫੇਰੀਆਂ ਪਾ ਕੇ ਚਲੇ ਗਏ ਨੇ। ਮੇਰੇ 'ਤੇ ਕਿਰਪਾ ਨਹੀਂ ਕਿਸੇ ਨੇ ਕੀਤੀ। ਫਿਰਦੇ ਗਏ ਤਟ ਕਿਨਾਰ, ਕੰਢਿਆਂ ਉੱਤੇ ਡੇਰਾ ਲਾਈ ਆ।
मेरे कंढे ते आके फिरते तुरते रहे और डेरा ला के चले गए। मेरा असल किसी ना कीता इजहार, सिफतां विच ना कोई सलाहिया, सन्मुख हो के करी ना किसे गुफ्तार। सन्मुख हुंदा जिस तरह ਆਪਾਂ ਹਜ਼ੂਰ ਸ਼ਹਿਨशाह ਇਸ ਤਰ੍ਹਾਂ ਆਪਣਾ ਪਾਵਨ ਪਵਿੱਤਰ ਸਰੀਰ ਦੇ ਮੁਤਾਬਕ ਇੱਥੇ ਬੈਠੇ ਹੁੰਦੇ ਸੀ, ਸਾਹਮਣੇ ਦਰਸ਼ਨ ਕਰਦੇ ਸੀ। ਜਿਵੇਂ ਹੁਣ ਆਪਾਂ ਇੱਕ ਦੂਸਰੇ ਇਸ ਤਰ੍ਹਾਂ ਨਹੀਂ ਕਿਸੇ ਨੇ ਕਿਰਪਾ ਕੀਤੀ। ਨਸ਼ੀਦ ਨਾ ਢੋਲਾ ਗਾਈ ਆ, ਮੈਂ ਚਾਹੁੰਦੀ ਜ਼ਰੂਰ ਜਿਸ ਵੇਲੇ ਆਏ ਕਮਲ ਕਲ ਕਲਕੀ ਅਵਤਾਰ। ਰਾਵੀ ਕੀ ਕਹਿੰਦੀ ਆ, ਮੈਂ ਚਾਹੁੰਦੀ ਜ਼ਰੂਰ ਜਿਸ ਵੇਲੇ ਆਏ ਕਲ ਕਲਕੀ ਅਵਤਾਰ, ਇਮਾਮ ਮਾਮਾ ਹੋਏ ਸਕਦਾਰ, ਸੰਦੇਸ਼ਾ ਦੇਵੇ ਆਪਣੀ ਤਾਰ। ਵਾਰਤਾ ਪਿਛਲੀ ਦਾ ਸਮਝਾਈ ਆ, ਸੋ ਵਕਤ ਸੰਜਣਾ 16 ਫੱਗਣ 3:30 ਮੇਰਾ ਸੋਹੇ ਕਿਨਾਰ, ਵੱਜੇ ਸੱਚ ਵਧਾਈ ਆ। 16 ਫੱਗਣ ਦਾ ਦਿਨ ਹੋਊਗਾ, 3:30 ਵਜੇ ਸਾਹਿਬ ਆਉਣਗੇ। ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰ, ਨੇਕ ਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੈਣਾ ਦੇਣਾ ਲੇਖਾ ਜਾਣੇ ਸਰਬ ਸੰਸਾਰ, ਸ੍ਰਿਸ਼ਟੀ ਦੀ ਦ੍ਰਿਸ਼ਟੀ ਆਪਣੇ ਹੱਥ ਰਖਾਈ ਆ। ਸੋ ਇਹਨੇ ਬਚਨ ਕਰਦਾ ਹੋਇਆ ਦਾਸ ਖਿਮਾ ਦਾ ਜਾਚਗਾ। ਹਰ ਬਾਣੀ ਬੋਲਦਿਆਂ ਬਚਨ ਕਰਦਿਆਂ ਕਾਫੀ ਸਾਰੀਆਂ ਗਲਤੀਆਂ ਭੁੱਲਾਂ ਹੋ ਜਾਂਦੀਆਂ। ਸੰਗਤ ਵੀ ਬਖਸ਼ਣਯੋਗ ਆ, ਸਾਹਿਬ ਦੇ ਚਰਨਾਂ ਪਾਸੋਂ ਵੀ ਦਾਸ ਮਾਫੀ ਦਾ ਜਾਚਗਾ। ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ।